गलत काम कर रहे हैं, कानून नूं छिक्के टंग के, क्वालिटी नूं छिक्के टंग के, करोड़ों रुपए की भ्रिष्टाचारी दे विच इन्वॉल्व ने, उन्हां दी इंक्वायरी विद इन डेज ये साडी इंक्वायरी होएगी फिक्स कि 15 दिन 20 दिन, और जे वो दोषी पाई गए और दोषी हैगे नहीं, पर फिर भी उन्हां दी तसल्ली लई कानून अनुसार दोषी पाए जाएंगे और उन्हां नूं बहुत जल्दी सलाखा दे पिछे जाना पऊगा। ਹੁਣ ਆ ਡਾਕੂਮੈਂਟ ਹੈ ਕਿ 23 ਕਰੋੜ ਤੋਂ ਘਟਾ ਕੇ 14 ਕਰੋੜ ਕਰਤਾ, 9 ਕਰੋੜ ਦਾ ਬੈਨੀਫਿਟ ਦਿੱਤਾ ਐਡਵਰਟਾਈਜ਼ਰ ਨੂੰ। ਠੀਕ ਹੈ ਜੀ। ਐਡਵਰਟਾਈਜ਼ਰ ਤੋਂ ਜੇ ਤੁਸੀਂ ਹੁੰਦਾ ਕੀ ਐਡਵਰਟਾਈਜ਼ਮੈਂਟ ਦਾ, ਤੁਸੀਂ ਬੱਸ ਸਟੈਂਡ ਹੋ ਜਾਓ, ਸਕੂਟਰ ਸਟੈਂਡ ਹੋ ਜਾਏ, ਸਾਈਕਲ ਸਟੈਂਡ ਹੋ ਜਾਏ, ਜਦੋਂ ਆਕਸ਼ਨ ਕਰਦੇ ਆ ਨਾ ਉਹ ਨਾਲ ਫਿਕਸ ਕਰਦੇ ਆ ਕਿ ਇਹ ਵਿਕਿਆ ਹੈਗਾ ਇੱਥੇ 15 ਰੁਪਏ ਤੋਂ ਵੱਧ ਸਾਈਕਲ ਸਟੈਂਡ ਹੈ ਤੇ ਉਹ ਕਿਰਾਇਆ ਨਹੀਂ ਚਾਰਜ ਕਰ ਸਕੂਗਾ ਸਕੂਟਰ ਦਾ, ਤੇ 50 ਰੁਪਏ ਤੋਂ ਵੱਧ ਕਾਰ ਦਾ ਨਹੀਂ ਕਰ ਸਕਦਾ। जनहितैषी टीआरपी नहीं खरीदते, भरोसा जीतते हैं हम। ਹੁਣ ਆ ਡਾਕੂਮੈਂਟ ਹੈ ਕਿ 23 ਕਰੋੜ ਤੋਂ ਘਟਾ ਕੇ 14 ਕਰੋੜ ਕਰਤਾ, 9 ਕਰੋੜ ਦਾ ਬੈਨੀਫਿਟ ਦਿੱਤਾ ਐਡਵਰਟਾਈਜ਼ਰ ਨੂੰ। ਠੀਕ ਹੈ ਜੀ। ਐਡਵਰਟਾਈਜ਼ਰ ਤੋਂ ਜੇ ਤੁਸੀਂ ਹੁੰਦਾ ਕੀ ਐਡਵਰਟਾਈਜ਼ਮੈਂਟ ਦਾ, ਤੁਸੀਂ ਬੱਸ ਸਟੈਂਡ ਹੋ ਜਾਓ, ਸਕੂਟਰ ਸਟੈਂਡ ਹੋ ਜਾਏ, ਸਾਈਕਲ ਸਟੈਂਡ ਹੋ ਜਾਏ, ਜਦੋਂ ਆਕਸ਼ਨ ਕਰਦੇ ਆ ਨਾ ਉਹ ਨਾਲ ਫਿਕਸ ਕਰਦੇ ਆ ਕਿ ਇਹ ਵਿਕਿਆ ਹੈਗਾ ਇੱਥੇ 15 ਰੁਪਏ ਤੋਂ ਵੱਧ ਸਾਈਕਲ ਸਟੈਂਡ ਦਾ ਤੇ ਉਹ ਕਿਰਾਇਆ ਨਹੀਂ ਚਾਰਜ ਕਰ ਸਕੂਗਾ ਸਕੂਟਰ ਦਾ, ਤੇ 50 ਰੁਪਏ ਤੋਂ ਵੱਧ ਕਾਰ ਦਾ ਨਹੀਂ ਕਰ ਸਕੂਗਾ। ਤੁਸੀਂ ਜਿਹੜੇ ਬੋਰਡਾਂ ਦਾ 16000 ਰੁਪਇਆ ਮਹੀਨਾ ਕਿਰਾਇਆ ਫਿਕਸ ਕਰਕੇ ਐਡਵਰਟਾਈਜ਼ਰ ਤੋਂ ਕਿਰਾਇਆ ਲੈ ਰਹੇ ਹੋ, 16000 ਰੁਪਏ ਪਰ ਬੋਰਡ, ਵਾਈ ਯੂ ਨਾ ਪੁੱਟ ਲਿਮਿਟ ਔਨ ਦੈਟ ਕਿ ਕਿਸੇ ਵੀ ਐਡਵਰਟਾਈਜ਼ਰ ਨੂੰ ਇਹ 16000 ਉੱਪਰ 30000 ਤੋਂ ਵੱਧ ਚਾਰਜ ਕਰਨ ਦਾ ਅਧਿਕਾਰ ਨਹੀਂ ਹੋਊਗਾ। ਇਹ ਬਲੈਕ ਮਾਰਕੀਟਿੰਗ ਨਹੀਂ, ਐਕਸਪਲਾਈਟੇਸ਼ਨ ਨਹੀਂ। ਪਹਿਲਾਂ ਐਕਸਕਲੂਸਿਵ ਰਾਈਟ ਇੱਕ ਬੰਦੇ ਨੂੰ ਦੇ ਦੇਣੇ, ਫਿਰ ਉਹਨੂੰ ਕਹਿਣਾ ਮਨਮਰਜ਼ੀ ਦਾ ਕਰ। ਕਿਉਂ ਕਰ? ਕੰਸੀਡਰੇਸ਼ਨ ਕੀ ਹੈ? ਇੰਟਰਸਟ ਨੇ ਇਹਨਾਂ ਦੇ ਇਨਵੋਲਵ ਵਿੱਚ। ਸਰ ਜਿਹੜੀ ਐਡਵਰਟਾਈਜ਼ਰ ਦੀ ਕੰਪਨੀ ਆ ਉਹ ਵੀ ਅਕਾਲੀ ਦਲ ਦੀ ਇੱਕ। ਦੇਖੋ ਮੈਂ ਸੁਣੋ ਮੇਰੀ ਗੱਲ, ਮੈਂ ਇੱਕ ਗੱਲ ਕਲੀਅਰ ਕਰਾਂ, ਜੇ ਮੈਂ ਕਿਸੇ ਨੂੰ ਪ੍ਰੋਟੈਕਟ ਕਰਨਾ ਹੁੰਦਾ ਮੈਂ ਐਜ਼ ਅਕਾਲੀ ਲੀਡਰ ਉਹਦੀ ਪ੍ਰੈਸ ਕਾਨਫਰੰਸ ਨਾ ਕਰਦਾ। ਮੈਂ ਕਹਿੰਦਾ ਇਹਦੇ 'ਚ ਜਿਹੜਾ ਵੀ ਹੋਇਆ ਇਰਰਿਸਪੈਕਟਿਵ ਆਫ ਦੀ ਫੈਕਟ A B C D, ਐਂਡ ਮੈਂ ਤੁਹਾਡੇ ਕੋਲੇ ਕਲੀਅਰ ਕਰ ਦੇਣਾ। ਇੱਕ ਸੈਕਿੰਡ ਮੇਰੀ ਗੱਲ ਸੁਣ ਲਓ। ਆਈ ਹੈਵ ਟਾਕ ਟੂ ਮਾਈ ਪ੍ਰੈਜ਼ੀਡੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਕਿ ਆਹ ਬੁਰਸ਼ਾਗਰਦੀ ਚੱਲਦੀ ਹੈ, ਐਂਡ ਹੀ ਹੈਜ਼ ਸੈਡ ਮੀ ਵੈਰੀ ਕਲੀਅਰਲੀ ਕਿ ਗਰੇਵਾਲ ਸਾਹਿਬ ਤੁਸੀਂ ਮੇਰੇ ਧਿਆਨ ਚ ਲਿਆਂਦੀ ਹੈ, ਇਫ ਪੀਪਲ ਵੋਟ ਅਸ ਟੂ ਪਾਵਰ ਵੀ ਵਿਲ ਟੇਕ them into task and we will fit them according to the law। ਮੰਨਦੇ ਹੋ ਸਰ ਫਿਰ ਅਕਾਲੀ ਦਲ ਦੇ ਲੀਡਰ ਵੱਲੋਂ ਹੀ ਸਾਰਾ ਕੁਝ ਇਹ ਚੱਲ ਰਿਹਾ। ਮੈਂ ਕਿਹਾ ਕੋਈ ਹੋਵੇ, ਕੋਈ A B C D ਕੋਈ ਹੋਵੇ, ਭਾਵੇਂ ਮੈਂ ਆਪ ਹੀ ਹੋਵਾਂ, ਮੇਰੇ ਪਰਿਵਾਰ ਦਾ ਹੋਵੇ, we will not spare anybody। ਦੇਖੋ ਮੇਰੀ ਗੱਲ ਇੱਕ ਸੈਕਿੰਡ, ਉਹਨਾਂ ਦੀ ਗੱਲ, ਕੋਈ ਬੰਦਾ ਹੋਵੇ, ਕੋਈ ਸਮਝ ਗਏ ਨਾ, ਕੋਈ ਬੰਦਾ ਹੋਵੇ ਉਹਦੇ 'ਚ ਕੋਈ ਸਪੇਅਰ ਨਹੀਂ ਕੀਤਾ ਜਾਊਗਾ। ਕਿਸੇ ਨੂੰ ਲੁੱਟਣ ਦਾ ਅਧਿਕਾਰ ਨਹੀਂ ਗਾ ਕਿ 16 ਰੁਪਏ ਵਾਲੀ 16000 ਰੁਪਏ ਵਾਲੀ ਚੀਜ਼ ਮਹੀਨੇ ਦੀ ਉਹ 3 ਲੱਖ ਦੇ ਵਿੱਚ ਕੋਈ ਅਧਿਕਾਰ ਨਹੀਂ। ਡਬਲ ਲੈ ਸਕਦਾ, 2.5 ਗੁਣਾ ਲੈ ਸਕਦਾ, ਪਰ 10 ਗੁਣਾ ਲਵੇ ਉਹ ਅਧਿਕਾਰ ਨਹੀਂ। ਹਾਂ ਪੁੱਛੋ। ਮੈਂ ਇਹਨਾਂ ਦੇ ਨਾਲ ਆ, ਠੀਕ ਹੈ ਜੀ। ਕੁਝ ਆਪਣੇ ਮਿੱਤਰ ਨੇ ਕੋਈ ਨਾਲ ਮਤਲਬ ਮੈਂ ਕਿਹਾ ਜੀ ਮੇਰੇ ਸਾਰੇ ਮਿੱਤਰ ਨੇ, ਮੇਰਾ ਆਸ਼ੂ ਨਾਲ ਮੈਂ ਜ਼ਮੀਨ ਵੰਡਣੀ ਹੈ, ਮੈਂ ਆਸ਼ੂ ਨਾਲ ਦੇ ਉਲਟ ਨਹੀਂ, ਮੈਂ ਉਹਦੀਆਂ ਕਰਤੂਤਾਂ ਦੇ ਉਲਟ ਹੈ। ਹਰਪ੍ਰੀਤ ਨੌ ਪਾਉਣ ਹੈ ਜੀ, ਚਲੋ ਤਾਂ ਹੋ ਗਿਆ, ਮੈਨੂੰ ਨਹੀਂ ਪਤਾ। ਇੱਕ ਮਿੰਟ ਸਰ, ਤੁਸੀਂ ਨਾ ਅੱਜ ਮੇਅਰ ਸਾਹਿਬ ਦੇ ਦੋਸ਼ ਲਾ ਰਹੇ ਹੋ ਵੀ ਤੁਹਾਨੂੰ ਉਹਨਾਂ ਨੇ ਤੁਹਾਡੇ ਕੋਲ ਉਤਾਰਦੇ ਜਾਂ ਮਤਲਬ ਕਰਕੇ ਨਹੀਂ, ਬਹੁਤ ਨਹੀਂ ਉਤਾਰੇ। ਤੁਹਾਡੀ ਸਰਕਾਰ ਦੇ ਹੁੰਦੇ ਆ ਤੁਸੀਂ ਉਹਨਾਂ ਨੂੰ ਫਾਈਨੈਂਸ ਕਮੇਟੀ ਦਾ ਮੈਂਬਰ ਬਣਾਇਆ ਸੀਗਾ। ਦੇਖੋ ਇੱਕ ਮਿੰਟ ਸੁਣ ਲੈ ਇੱਕ ਸੈਕਿੰਡ, ਇੱਕ ਸੁਣ ਲਓ, ਮੈਂ ਸੁਣ ਲਾ। ਮੈਂ ਤੇਰੀ ਆਸ਼ੂ ਜੀ ਨੂੰ ਤੁਸੀਂ ਬਣਾਇਆ ਸੀ ਹਾਊਸ ਟੈਕਸ ਕਮੇਟੀ ਦਾ ਮੈਂਬਰ, ਤੇ ਹੁਣ ਉਹਨਾਂ ਦੀ ਸਰਕਾਰ ਆ, ਉਹਨਾਂ ਦਾ ਮੇਅਰ ਆ, ਆਪਣਾ ਤਾਂ ਉਹਨਾਂ ਨੇ ਬਣਾਇਆ ਨਹੀਂ ਗਿਆ। ਮਤਲਬ ਤੁਸੀਂ ਮੇਰੀ ਗੱਲ ਸੁਣੋ। ਪਬਲਿਕ ਅਕਾਊਂਟ ਕਮੇਟੀ ਜਿਹੜੀ ਵਿਧਾਨ ਸਭਾ ਦੀ ਹੁੰਦੀ ਹੈ ਨਾ, ਪਬਲਿਕ ਅਕਾਊਂਟ ਕਮੇਟੀ, ਉਹਦਾ ਚੇਅਰਮੈਨ ਹਮੇਸ਼ਾ ਆਪੋਜੀਸ਼ਨ ਦਾ ਹੁੰਦਾ ਹੈ। ਫਾਈਨੈਂਸ ਸੁਣ ਲਓ ਗੱਲ ਸਰਦਾਰ ਜੀ, ਫਾਈਨੈਂਸ ਐਂਡ ਕੰਟਰੈਕਟ ਕਮੇਟੀ ਦੀ ਜਿਹੜੀ ਵੀ ਪਾਰਟੀ ਨੇ ਟਰਾਂਸਪੇਰੈਂਸੀ ਰੱਖਣੀ ਹੈ ਉਹ ਹਮੇਸ਼ਾ ਆਪੋਜ਼ਿਟ ਧਿਰ ਦਾ ਇੱਕ ਬੰਦਾ ਉਹਦੇ 'ਚ ਇਨਵੋਲਵ ਕਰਦਾ ਤਾਂ ਕਿ ਕੱਲ ਨੂੰ ਉਹ ਉਂਗਲ ਨਾ ਠਾਵੇ ਕਿ ਕੰਟਰੈਕਟ ਗਲਤ ਕੀਤੇ ਆ। ਅਸੀਂ ਟਰਾਂਸਪੇਰੈਂਸੀ ਰੱਖੀ, ਕਿਸੇ ਨੇ ਬੱਤੀ ਹੈ ਜੀ। ਇਹ ਇਹਨਾਂ ਨੇ ਕਾਲਾ ਮਾਲਾ
ਕਿਉਂਕਿ नो अकाउंट्स ਆਹੀ ਤੇ ਗੱਲ आशू अकाउंट्स ਸਰ ਬੀਜੇਪੀ ਨੇ ਪਿਛਲੇ ਦਿਨਾਂ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੀ ਮਲਹਾਰ ਰੋਡ ਹੈਗੀ ਹੈ ਉਹਦੇ 'ਚ ਵੀ ਵੱਡਾ ਘਪਲਾ ਹੋਇਆ ਵਾ ਤੇ ਕਹਿਣ ਦਾ ਮਤਲਬ ਕਿ ਘਪਲਿਆਂ ਦੀ ਸਰਕਾਰ। ਮੈਂ ਕਹਿੰਦਾ ਤੁਸੀਂ ਇੱਕ ਮਲਹਾਰ ਰੋਡ ਤੇ ਲੁਧਿਆਣੇ 'ਚ ਕਿਹੜੀ ਗੱਲ 'ਚ ਨਹੀਂ ਘਪਲਾ ਹੋਇਆ? ਤੁਸੀਂ ਆ ਜਿਸ ਦਿਨ ਸਰਕਾਰ ਬਦਲੀ ਆ ਜਿਹੜੀਆਂ ਟੈਲਾਂ ਲਾਉਂਦੇ ਆ ਨਾ ਇੰਟਰਲੌਕਿੰਗ ਸਮਾਰਟ ਸਿਟੀ ਵਾਸਤੇ ਯੂਜ਼ ਕੀਤਾ ਜਾ ਰਿਹਾ। ਸਮਾਰਟ ਸਿਟੀ ਦਾ ਗਵਰਨਮੈਂਟ ਆਫ ਇੰਡੀਆ ਕੈਨ ਆਲਸੋ ਟੇਕ ਨੋਟਿਸ, ਕਿਉਂਕਿ 70% ਉਹਨਾਂ ਦਾ ਪੈਸਾ ਹੈ, ਉਹਦੇ ਚੋਂ ਨੋਮੀਨਲ ਇਹਦੀ ਹੈਗੀ ਆ ਕੰਟਰੀਬਿਊਸ਼ਨ ਸਟੇਟ ਗਵਰਨਮੈਂਟ ਦੀ। ਇਹ ਕਾਫੀ ਚਿਰ ਤੋਂ ਪਿੰਡ ਦੇ ਆ ਰਹੇ ਨੇ ਤੁਸੀਂ ਆਪਣੇ ਲੋਕ। ਅੱਛਾ ਤੁਸੀਂ ਅੱਜ ਪਹਿਲੀ ਵਾਰ ਬੋਲੇ ਹੋ ਤੇ ਜਿਹੜੇ ਆਪੋਜੀਸ਼ਨ ਬਹੁਤ ਬੋਲਦੇ ਆ ਵੀ ਅਸੀਂ ਤੰਗ ਆ, ਬੜੇ ਪਰੇਸ਼ਾਨ ਆ ਐਡਵਰਟਾਈਜ਼ਮੈਂਟ ਤੋਂ, ਪਰ ਅੱਜ ਤੁਹਾਨੂੰ ਪਤਾ ਲੱਗਿਆ ਵੀ ਇਹ ਲੋਕ ਲਾਗੇ ਤੱਕ ਸੀ। ਮੈਂ ਮੁੱਲਾਪੁਰੀ ਜੀ, ਮੈਂ ਕਦੇ ਗੱਲ ਸੁਣੋ ਬੁੱਕਲ 'ਚ ਲੱਡੂ ਨਹੀਂ ਭੰਨਿਆ। ਆਈ ਐਮ ਵੈਰੀ ਕਲੀਅਰ। ਮੈਂ ਜਿਹੜੀ ਅੱਜ ਗੱਲ ਕਹਿੰਦਾ ਕੱਲ ਨੂੰ ਇਹ ਸਰਕਾਰ ਸਾਡੀ ਬਣਦੀ ਹੈ, ਇਹੀ ਗੱਲ ਮੈਂ ਕੱਲ ਵੀ ਕਹੂੰਗਾ। ਮੈਂ ਚੇਂਜ ਨਹੀਂ ਹੋਣਾ ਸਮੇਂ ਨਾਲ। ਸਭ ਤੋਂ ਪਹਿਲਾਂ ਤਾਂ ਜੀ ਇੱਕ ਗੱਲ ਬਹੁਤ ਕਲੀਅਰ ਹੈ ਕਿ ਜਿਹੜੇ ਹਾਊਸ ਦੇ ਮੈਂਬਰ ਚੁਣ ਕੇ 2 FNCC ਚਾਉਣੇ ਸੀ, ਉਹਦਾ ਇੱਕ ਮਤਲਬ ਇਹੀ ਹੁੰਦਾ ਹੈ ਕਿ ਵਿਰੋਧੀ ਧਿਰ ਦਾ ਕੋਈ ਬੰਦਾ ਆ ਕੇ ਹਾਊਸ 'ਚ ਬੈਠੇ, ਉਹ ਕੱਲੇ ਏਜੰਡੇ ਨੂੰ ਪੜ੍ਹੇ, ਕੱਲੀ ਆਈਟਮ ਨੂੰ ਦੇਖੇ, ਔਰ ਸਭ ਤੋਂ ਵੱਧ ਲੁੱਟਣ ਦੇ ਲਈ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਨੇ ਇਹ ਕੀਤਾ ਕਿ FNCC 'ਚ ਕੋਈ ਮੈਂਬਰ ਹੀ ਨਹੀਂ ਲਿਆ। ਇਹਦਾ ਕੋਰਮ 5 ਮੈਂਬਰੀ ਕਮੇਟੀ ਹੁੰਦਾ ਹੈ, ਮੇਅਰ, ਸੀਨੀਅਰ ਮੇਅਰ, ਡਿਪਟੀ ਮੇਅਰ ਔਰ ਡਿਪਟੀ ਮੇਅਰ। 5 ਮੈਂਬਰੀ ਕਮੇਟੀ ਨਹੀਂ ਬਣਾਈ, ਇਹ ਕੋਰਮ ਹੀ ਪੂਰਾ ਨਹੀਂ FNCC ਦਾ, ਔਰ ਸਾਰਾ ਅੰਨਾ ਪੀਂਦਾ ਕੁੱਤਾ ਚੜਦਾ ਹੈ, ਬੁਰਾ ਹਾਲ ਕਰਤਾ ਕਾਰਪੋਰੇਸ਼ਨ ਦਾ। ਕਪਲੇ ਦਾ ਪਹਿਲਾ ਸਬੂਤ ਆਹੀ ਹੈ ਜਿਹੜਾ ਤੁਸੀਂ ਪ੍ਰੈਸ ਵੀਰਾਂ ਨੇ ਪੁੱਛਿਆ। FNCC ਦੇ ਵਿੱਚ ਅਸੀਂ ਮੈਂਬਰ ਲੈਂਦੇ ਸੀ, ਮੇਰੇ ਪਿਤਾ ਜੀ ਸਰਨਾਰ ਸਿੰਘ ਗਿੱਲ ਵੇਲੇ FNCC ਦੇ ਮੈਂਬਰ ਨੇ, ਉਸ ਤੋਂ ਪਹਿਲਾਂ ਚੌਧਰੀ ਸਤਪ੍ਰਕਾਸ਼ ਸੀ, ਸਰਦਾਰ ਕੁਲਵੰਤ ਸਿੰਘ ਦੁਖੀਆ ਮੈਂਬਰ ਨੇ, ਫਿਰ ਗੋਲਬੜੀਆ ਸਾਹਿਬ ਮੇਅਰ ਸੀ, ਸਰ ਬਲਕਾਰ ਸਿੰਘ ਸੰਧੂ ਆਪ ਮੈਂਬਰ ਨੇ। ਇਹ ਮੈਂਬਰ ਦਾ ਮਤਲਬ ਹੀ ਇਹ ਹੁੰਦਾ ਹੈ ਆਪੋਜੀਸ਼ਨ ਦਾ ਲੈਣਾ, ਤਾਂ ਕਿ ਕੋਈ ਗੱਲ ਗਲਤ ਨਾ ਹੋਵੇ। ਇਹ ਜਿਹੜਾ ਐਡਵਰਟਾਈਜ਼ਮੈਂਟ 'ਚ ਘਪਲਾ ਹੈ, ਜਿਹੜਾ ਇਹ ਐਡਵਰਟਾਈਜ਼ਮੈਂਟ ਦੇ ਵਿੱਚ ਲੁੱਟ ਹੋਈ ਹੈ, ਸਾਰੇ ਬੋਰਡਾਂ ਦੇ ਸਾਈਜ਼ ਗਲਤ ਨੇ। 16,000 ਦਾ ਬੋਰਡ 3-3 ਲੱਖ 'ਚ ਵਿਕ ਰਿਹਾ ਹੈ। ਇਹ ਘਪਲੇ ਲਈ ਹੋਰ ਕੋਈ ਨਹੀਂ, ਮਾਣਯੋਗ ਸਾਡੇ ਕਮਿਸ਼ਨਰ ਤੇ ਮੇਅਰ ਸਾਹਿਬ 100% ਜ਼ਿੰਮੇਵਾਰ ਨੇ, ਆਪਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਜੇ ਕੋਈ ਡੈਲੀਗੇਸ਼ਨ ਆਉਂਦਾ ਹੈ, ਕੋਈ ਆਪੋਜੀਸ਼ਨ ਦਾ ਲੀਡਰ ਨਹੀਂ ਬੁਲਾਇਆ ਜਾਂਦਾ। ਜੇਕਰ ਸਮਾਰਟ ਸਿਟੀ ਦੀ ਮੀਟਿੰਗ ਹੁੰਦੀ ਹੈ, ਕੋਈ ਬੁਲਾਇਆ ਨਹੀਂ ਜਾਂਦਾ ਵਿਰੋਧੀ ਧਿਰ ਦਾ ਬੰਦਾ। ਕਿਉਂ? ਕਿਉਂਕਿ ਸਾਰੇ ਕੰਮਾਂ 'ਚ ਘਪਲਾ ਹੈ। ਟਾਇਲ ਘਪਲਾ ਐਡਾ ਵੱਡਾ ਘਪਲਾ ਹੋ ਕੇ ਉੱਭਰੂਗਾ, ਇਹ ਐਡਾ ਵੱਡਾ ਘਪਲਾ ਕਾਰਪੋਰੇਸ਼ਨ ਦੇ ਵਿੱਚ ਬਾਹਰ ਆਊਗਾ ਕਿ ਸਾਰੇ ਲੋਕ ਇਹ ਦੇਖਣਗੇ। ਔਰ ਮੈਂ ਸਾਰੇ ਮੀਡੀਆ ਰਾਹੀਂ ਸਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ, ਡੰਗ ਸਾਹਿਬ, ਗੋਸ਼ਾ ਜੀ ਸਾਰੇ ਬੈਠੇ ਆ, ਇਹ ਗੱਲ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਮੀਡੀਆ ਰਾਹੀਂ ਕਿ ਕਾਰਪੋਰੇਸ਼ਨ ਦੇ ਜਿਹੜੇ ਚੁਣਿੰਦਾ ਅਫਸਰ 4-5 ਇਹਨਾਂ ਦੇ ਪਿੱਛੇ ਲੱਗ ਕੇ ਗਲਤ ਕੰਮ ਕਰ ਰਹੇ ਨੇ, ਕਾਨੂੰਨ ਨੂੰ ਛਿੱਕੇ ਟੰਗ ਕੇ, ਕੁਆਲਿਟੀ ਨੂੰ ਛਿੱਕੇ ਟੰਗ ਕੇ, ਕਰੋੜਾਂ ਰੁਪਏ ਦੀ ਭ੍ਰਿਸ਼ਟਾਚਾਰੀ ਦੇ ਵਿੱਚ ਇਨਵੋਲਵ ਨੇ। ਉਹਨਾਂ ਦੀ ਇਨਕੁਆਇਰੀ ਵਿਦਿਨ ਡੇਜ਼ ਇਹ ਸਾਡੀ ਇਨਕੁਆਇਰੀ ਹੋਏਗੀ ਫਿਕਸ, ਵੀ 15 ਦਿਨ 20 ਦਿਨ। ਔਰ ਜੇ ਉਹ ਦੋਸ਼ੀ ਪਾਈ ਗਏ, ਔਰ ਦੋਸ਼ੀ ਉਹ ਹੈਗੇ ਹੀ ਨਹੀਂ, ਪਰ ਫਿਰ ਵੀ ਉਹਨਾਂ ਦੀ ਤਸੱਲੀ ਲਈ ਕਾਨੂੰਨ ਅਨੁਸਾਰ ਦੋਸ਼ੀ ਪਾਏ ਜਾਣਗੇ, ਔਰ ਉਹਨਾਂ ਨੂੰ ਬਹੁਤ ਜਲਦੀ ਸਲਾਖਾਂ ਦੇ ਪਿੱਛੇ ਜਾਣਾ ਪਊਗਾ। ਗਵਰਨਮੈਂਟ ਚੇਂਜ ਹੁੰਦੇ ਹੀ ਉਹ ਗਲਤ ਕੰਮ ਨਾ ਕਰਨ, ਉਹ ਇੱਕ ਤਰਫੇ ਇਹਨਾਂ ਦੀਆਂ ਕਠਪੁਤਲੀਆਂ ਨਾ ਬਣਨ। ਨਗਰ ਨਿਗਮ ਵਿੱਚ ਇਹੋ ਜਿਹਾ ਕੰਮ ਸਹੀ ਨਹੀਂ ਕਦੇ। ਇਹ ਕੰਮ ਵੀ ਪਹਿਲੀ ਵਾਰੀ ਸ਼ੁਰੂ ਹੋਇਆ ਕਿ ਵਿਰੋਧੀ ਧਿਰ ਦੇ ਨਾਲ ਇਹੋ ਜਿਹਾ ਰਸੂਖ, ਔਰ ਜੋ ਗਲਤ ਕੰਮ ਕਰ ਰਹੇ ਨੇ। ਸੜਕਾਂ ਵਿੱਚ ਘਪਲਾ, ਇੱਕ ਸੜਕ ਅੱਜ ਬਣ ਰਹੀ ਹੈ, 45 ਦਿਨਾਂ ਬਾਅਦ ਟੁੱਟ ਰਹੀ ਹੈ, ਉਹਨੂੰ 1 ਕਰੋੜ 50 ਲੱਖ ਦੀ ਪੇਮੈਂਟ ਦੇ ਦਿੱਤੀ ਜਾਂਦੀ ਹੈ। ਉਹ ਠੇਕੇਦਾਰ ਦਾ ਨਾਮ ਹੈ ਸੁਨੀਲ ਕੁਮਾਰ, ਉਹ ਮੇਰੇ ਵਾਰਡ 'ਚ ਹੋਇਆ। ਮੇਅਰ ਸਾਹਿਬ ਨੂੰ ਕਿਹਾ ਜੀ ਸੜਕ ਤਾਂ ਟੁੱਟ ਗਈ, ਕਹਿੰਦੇ ਕੋਈ ਪੇਮੈਂਟ ਨਹੀਂ ਦਿੱਤੀ ਜਾਊਗੀ। ਮੇਅਰ ਸਾਹਿਬ ਨੂੰ ਪੇਮੈਂਟ ਦਿਖਾਤੀ ਦਿੱਤੀ। ਇਹ ਕੀ ਹੈ? ਇਹ ਕਾਰਪੋਰੇਸ਼ਨ। ਕਿਸੇ ਬੱਸ ਵਾਲੇ ਨੂੰ ਕੋਈ ਛੂਟ ਨਹੀਂ ਕਿਰਾਏ 'ਚੋਂ, ਕਿਸੇ ਸਕੂਲ ਦੇ ਬੱਚੇ ਨੂੰ ਫੀਸ 'ਚ ਕੋਈ ਛੂਟ ਨਹੀਂ। ਇਹ ਐਡਵਰਟਾਈਜ਼ਮੈਂਟ ਵਾਲਿਆਂ ਨੂੰ ਮਾਫੀ ਇੰਨੀ ਜਲਦੀ ਦੇਤੀ 7-8-9 ਕਰੋੜ ਦੀ, ਨਾਲੇ 7 ਸਾਲ ਦੀ। 7 ਸਾਲ ਕਰੋਨਾ ਰਹੂਗਾ, 7 ਸਾਲ ਦਾ 9 ਕਰੋੜ ਰੁਪਏ ਉਹਨਾਂ ਨੂੰ ਮਾਫ ਕੀਤਾ। ਮੈਂ ਹਾਈ ਕੋਰਟ 'ਚ ਜਾਣਾ, ਮੇਰਾ ਵਕੀਲ ਕਹਿੰਦਾ ਵੀ RTA ਰਾਹੀਂ ਕਢਾ ਦਿਓ ਇਨਫੋਰਮੇਸ਼ਨ। RTA ਰਾਹੀਂ ਇਨਫੋਰਮੇਸ਼ਨ ਨਹੀਂ ਦਿੰਦੇ, ਉਹਨੂੰ ਵੀ ਬਾਰ-ਬਾਰ ਟਾਲੀ ਜਾ ਰਹੇ ਨੇ। ਐਡਵਰਟਾਈਜ਼ਮੈਂਟ 'ਚ ਵੀ ਘਪਲਾ, FNCC ਨਾ ਬਣਾਉਣ 'ਚ ਵੀ ਘਪਲਾ, 3.5 ਸਾਲ ਕੱਢਤੇ। ਰੋਡ ਕੁਆਲਿਟੀ 'ਚ ਵੀ ਘਪਲਾ, ਪੈਚ ਵਰਕ ਲੱਗਦੇ ਹੋ ਘਪਲਾ, ਔਰ ਸਭ ਤੋਂ ਵੱਡਾ ਘਪਲਾ ਨਜਾਇਜ਼ ਕਲੋਨੀਆਂ ਦਾ।
ਨਜਾਇਜ਼ ਬਿਲਡਿੰਗਾਂ ਦਾ ਇੱਕ ਵੀ ਕੰਮ ਨਹੀਂ। ਮੈਂ ਪਰਸੋਂ ਖਬਰ ਪੜ੍ਹ ਰਿਹਾ ਸੀ 300 ਕਰੋੜ ਤੋਂ ਵੱਧ ਤਾਂ ਇਹਨਾਂ ਦਾ ਟੈਕਸ ਰਿਕਵਰੀ ਵਾਲਾ ਰਹਿੰਦਾ। ਕਾਰਪੋਰੇਸ਼ਨ ਦਾ ਕਿਸੇ ਨੂੰ ਧਿਆਨ ਨਹੀਂ, ਚਾਰੋਂ ਪਾਸੇ ਲੁੱਟਣ ਲੱਗੇ ਨੇ। ਔਰ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਨਾਲ ਬੈਠੇ ਆ ਔਰ ਮੰਤਰੀ ਜੀ ਕਹਿ ਰਹੇ ਜੇ ਹਫ਼ਤੇ 'ਚ ਪੈਚ ਵਰਕ ਨਾ ਹੋਏ ਤਾਂ ਮੈਂ ਅਫਸਰਾਂ ਨੂੰ ਪੁੱਠੇ ਡੰਗ ਦੂੰ। ਡਾਇਰੈਕਸ਼ਨ ਮੇਅਰ ਸਾਹਿਬ ਨੂੰ ਦੇਣੀ ਚਾਹੀਦੀ ਹੈ ਕਿ ਮੰਤਰੀ ਨੂੰ ਦੇਣੀ ਚਾਹੀਦੀ? ਡਾਇਰੈਕਸ਼ਨ ਕਾਰਪੋਰੇਸ਼ਨ ਦਾ ਮੇਅਰ ਜਾਂ ਕਮਿਸ਼ਨਰ ਦਊਗਾ ਜਾਂ ਕਿ ਕੈਬਨਿਟ ਮੰਤਰੀ ਦੇਗਾ। ਔਰ ਪੈਚ ਵਰਕ ਕਰਾਉਣ ਲਈ ਵੀ ਇੱਕ ਮਿਨਿਸਟਰ ਨੂੰ ਕਹਿਣਾ ਪੈ ਰਿਹਾ। ਇਹਦਾ ਮਤਲਬ ਕਾਰਪੋਰੇਸ਼ਨ ਦੇ ਮੇਅਰ ਦੇ ਕਹੇ ਤੇ ਜਾਂ ਨਗਰ ਨਿਗਮ 'ਚ ਕੋਈ ਕੰਮ ਨਹੀਂ ਚੱਲ ਰਿਹਾ। ਜਿਹੜਾ ਇੱਕ ਲੁਧਿਆਣਾ ਦਾ ਇੱਕ ਮੰਤਰੀ ਕਹਿ ਰਿਹਾ ਪੈਚ ਵਰਕ ਤਾਂ ਕਰ ਦੋ, ਕੋਈ ਸੜਕ ਨਹੀਂ ਬਣ ਰਹੀ। ਇੰਡਸਟਰੀ ਏਰੀਆ ਦਾ ਕੀ ਹਾਲ ਹੈ, ਇਨਫਰਾਸਟ੍ਰਕਚਰ ਦਾ ਕੀ ਹਾਲ ਆ, ਸਾਰਾ ਸ਼ਹਿਰ ਪੱਟ ਸਿੱਟਦਾ, ਕੋਈ ਪਤਾ ਨਹੀਂ। ਟਾਇਲ ਲਾਉਂਦੇ ਆ, ਜਿਹੜੀ ਗਰੇਵਾਲ ਸਾਹਿਬ ਨੇ ਕਿਹਾ 100% ਟਾਇਲ 'ਚ ਕਪਲਾ। ਕਿਉਂ ਨਹੀਂ ਇਨਕੁਆਇਰੀ ਕਰਾਉਂਦੇ ਇਹ? ਕਿਉਂ ਸੜਕ ਛੋਟੀ ਕਰਕੇ ਅੱਜ ਤੱਕ ਤੁਸੀਂ ਹਿੰਦੁਸਤਾਨ ਦੇ ਵਰਲਡ ਦੇ ਕਿਸੇ ਕੋਨੇ 'ਚ ਦੇਖਿਆ ਵੀ ਸੜਕ 15-20 ਫੁੱਟ ਦੀ ਰਹਿ ਗਈ ਤੇ ਟਾਇਲ ਦਾ ਏਰੀਆ 32 ਫੁੱਟ ਹੋ ਗਿਆ? ਪਰ ਟਾਇਲ ਕਰਪਸ਼ਨ ਹੈ, ਪਰ ਸਕੁਅਰ ਫੁੱਟ ਕਰਪਸ਼ਨ ਹੈ। ਇਹ ਸਾਰੀ ਉਹ ਕਰਪਸ਼ਨ ਹੈ। ਜੇਕਰ ਮੀਟਿੰਗ ਬੁਲਾਉਂਦੇ ਆ ਬੋਲਣ ਨਹੀਂ ਦਿੰਦੇ, ਜੇ ਬੁਲਾਉਂਦੇ ਆ ਸ਼ਾਰਟ ਟਾਈਮ ਲਈ ਬੁਲਾਉਂਦੇ ਆ ਵੀ ਕਰੋਨਾ ਹੈ। ਪਰ ਦੇਖੋ ਤੁਸੀਂ ਕੀ ਚੱਲ ਰਿਹਾ, ਲੋਕਾਂ ਦਾ ਪੈਸਾ, ਲੋਕਾਂ ਦੀ ਮਿਹਨਤ ਮੁਸ਼ੱਕਤ ਦਾ ਪੈਸਾ, ਇਹ ਇੰਪਰੂਵਮੈਂਟ ਟਰਸਟ 200 ਕਰੋੜ ਦੇ ਘਪਲੇ ਹੋ ਰਹੇ ਨੇ। ਜੇਕਰ ਇੰਪਰੂਵਮੈਂਟ ਟਰਸਟ 'ਚ ਘਪਲੇ ਹੋ ਰਹੇ ਆ ਜਾਂ ਗਲਤ ਕੰਮ ਨਹੀਂ ਸੀ, ਫਿਰ ਇਹਨਾਂ ਨੇ ਆਪਦੇ ਪਲਾਟ ਦੀ ਜਿਹੜੀ ਬੋਲੀ ਰੱਦ ਕਿਉਂ ਕਰਤੀ? ਇਹਦਾ ਮਤਲਬ ਘਪਲਾ ਸੀ। ਫਿਰ ਜੇ ਘਪਲਾ ਸੀ ਤਾਂ ਚੇਅਰਮੈਨ ਤੇ ਐਕਸ਼ਨ ਕਿਉਂ ਨਹੀਂ ਹੋਇਆ? ਕਿਹਨੇ ਕਰਾਇਆ ਉਹ ਘਪਲਾ? 200 ਕਰੋੜ ਰੁਪਏ ਦਾ ਉਹ ਘਪਲਾ ਹੋ ਗਿਆ। ਫਿਰ ਘਪਲਾ ਹੋ ਗਿਆ, ਰੌਲਾ ਪੈ ਗਿਆ, ਵਿਰੋਧੀ ਧਿਰ ਨੇ ਜਾ ਕੇ ਸੀਐਮ ਹਾਊਸ ਘੇਰ ਲਿਆ, ਅਕਾਲੀ ਦਲ ਨੇ ਕੈਂਸਲ ਕਰਤਾ। ਕਿਉਂ ਕੈਂਸਲ ਕੀਤਾ? ਜੇਕਰ ਕੰਮ ਸਹੀ ਸੀ, ਜੇਕਰ ਉਹਦੀ ਕੋਈ ਵੀ ਗਲਤ ਕੰਮ ਨਹੀਂ ਸੀ, ਕੈਂਸਲ ਕਿਉਂ ਕੀਤਾ? ਇਹ ਨਗਰ ਨਿਗਮ ਦੇ ਵਿੱਚ ਜਿੰਨੇ ਭ੍ਰਿਸ਼ਟ ਅਧਿਕਾਰੀ ਬੈਠੇ ਨੇ, ਮੈਂ ਮੀਡੀਆ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੱਲੀ ਗੱਲ ਸਾਡੇ ਨੋਟ ਕੀਤੀ ਹੈ। ਹੁਣ ਕੁਝ ਕਰੀ ਜਾਣ, ਉਹ 45 ਦਿਨ ਦੀ 6 ਹਫ਼ਤਿਆਂ ਦੀ ਸਰਕਾਰ ਦੇ ਪਿੱਛੇ ਨਾ ਲੱਗਣ। 42 ਦਿਨ ਦੀ ਸਰਕਾਰ ਹੈ, 6 ਹਫ਼ਤਿਆਂ ਦੀ ਸਰਕਾਰ ਪਿੱਛੇ ਲੱਗ ਕੇ ਗਲਤ ਕੰਮ ਨਾ ਕਰਨ। ਪਹਿਲਾਂ ਹੀ ਬਹੁਤ ਕੀਤੇ ਨੇ ਔਰ ਕੱਲੇ ਅਫਸਰ ਨੂੰ ਇਹਦਾ ਨਤੀਜਾ ਭੁਗਤਣਾ ਪਊ। ਮੈਂ ਇੱਕ ਗੱਲ ਇੱਥੇ ਹੋਰ ਜਸਪਾਲ ਦੀ ਐਡ ਕਰਨਾ ਚਾਹੁੰਦਾ ਹਾਂ, ਬੜੀ ਕਲੀਅਰ ਹੈ। ਆ ਮੇਅਰ ਜਿਹੜਾ ਕਾਰਪੋਰੇਸ਼ਨ ਦਾ ਟਰਸਟ ਦਾ ਚੇਅਰਮੈਨ ਬਣਿਆ, ਬੜਾ ਮਖੌਟਾ ਓਨੈਸਟੀ ਦਾ ਪਾਉਂਦਾ ਸੀ। 3 ਸਵਾਲ ਹੈ ਜਿਹੜੇ ਮੈਂ ਤੁਹਾਡੇ ਰਾਹੀਂ ਉਹਨੂੰ ਕਰਦਾ, ਤੇ ਜੇ ਸੁਬਰਾਮਨੀਅਮ ਰਮਨ ਸੁਣਦਾ ਹੋਵੇ ਉਹ ਤੁਹਾਨੂੰ ਹੀ ਉਹਨਾਂ ਦਾ ਜਵਾਬ ਦੇ ਦੇਵੇ। ਓਰੀਐਂਟ ਸਿਨੇਮਾ ਰਿਜ਼ਿਊਮ ਹੋ ਗਿਆ ਸੀ, ਉਹ ਰਿਜ਼ਿਊਮ ਕੀਤਾ, ਦੁਬਾਰਾ ਰਿਸਟੋਰ ਕਿਵੇਂ ਕਰਤਾ? ਜਦ ਕਿ ਬਾਈ ਲਾਜ਼ ਇਹ ਕਹਿੰਦੇ ਆ ਕਿ ਜਿਹੜਾ ਰਿਜ਼ਿਊਮ ਹੋ ਜੇ ਉਹਦੇ ਰਿਜ਼ਿਊਮ ਦੇ ਆਰਡਰ ਦੇ ਅਗੇਂਸਟ ਸਟੇਟ ਕੋਲ ਅਪੀਲ ਪਾਉਣੀ ਪੈਂਦੀ ਹੈ, ਸਟੇਟ ਕਰਦੀ ਹੈ। ਫਿਰ ਪਬਲਿਕ ਨੂੰ ਦੱਸਣ ਕਿ ਉਹਦੇ ਵਿੱਚ ਕਿੰਨਾ ਪੀਨਲ ਅਮਾਊਂਟ ਪਿਆ ਸੀਗਾ ਫॉर ਨਾਨ ਪੇਮੈਂਟ, ਉਹ ਵੇਵ ਆਫ ਕਿਉਂ ਕੀਤਾ ਗਿਆ? ਕੀ ਕੰਪਲਸ਼ਨ ਸੀ? ਤੇ ਇਹ ਨਹੀਂ ਗਾ ਕਿ ਜਿਹੜਾ ਮੁੜ ਕੇ ਰਿਸਟੋਰ ਕਰਕੇ ਜਿਹੜਾ ਅੱਗੇ ਸੌਦੇ ਜਿਹਦੇ ਕੋਲ ਟ੍ਰਾਂਸਫਰ ਹੋਇਆ ਕਿ ਉਹ ਮੰਤਰੀ ਦਾ ਆਲਾ ਦੁਆਲਾ ਨਹੀਂ। ਉਹ ਕੌਣ ਨੇ ਬੰਦੇ, ਇਹਨਾਂ ਲਈ ਇਹ ਸਾਰਾ ਕੁਝ ਕੀਤਾ ਗਿਆ। ਦੂਸਰੀ ਗੱਲ, ਇੱਕ ਪਲਾਟ ਦੀ ਆਰਟੀਆਈ ਰਾਹੀਂ ਮੇਰੇ ਕੋਲ ਇਨਫੋਰਮੇਸ਼ਨ ਹੈ, ਮੈਂ ਉਹਦਾ ਸਿਰਫ ਹਿੰਟ ਦੇਵਾਂਗਾ। ਕਿਚਲੂ ਨਗਰ ਵਿੱਚ ਇਹਨਾਂ ਨੇ ਇੱਕ ਪਲਾਟ 32,000 ਰੁਪਏ ਗਜ਼ ਵਿਕਿਆ ਹੋਇਆ ਰਿਜ਼ਿਊਮ ਕੀਤਾ। 32,000 ਰੁਪਏ ਗਜ਼ ਵਿਕਿਆ ਰਿਜ਼ਿਊਮ ਕੀਤਾ ਤੇ ਮੁੜ ਕੇ 200 ਰੁਪਏ ਗਜ਼ ਦੇ ਨਾਲ ਅਲਾਟ ਕੀਤਾ। 200 ਰੁਪਏ ਗਜ਼। ਇਹ ਹਿਸਾਬ ਦੇਣਾ ਪਊ ਇਹਨਾਂ ਨੂੰ। ਸਾਡੇ ਕੋਲ ਹਰ ਕਾਗਜ਼ ਹੈ, ਇਹ ਸਿਰਫ ਇਹਨਾਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਬਾਜ ਆ ਜਾਓ, ਬਾਜ ਆ ਜਾਓ, ਬਾਜ ਆ ਜਾਓ। ਮਮਤਾ ਜੀ ਤੁਸੀਂ ਕੁਛ ਨਹੀਂ, ਤੁਸੀਂ ਇੱਕ ਮੰਤਰੀ ਦੀ ਘਰ ਵਾਲੀ ਹੋ, ਘਰ ਸੰਭੋ। ਬਿਲਕੁਲ ਟਟੀਰੀ ਵਾਂਗੂ ਐ ਨਾ ਸਮਝੋ ਕਿ ਅਸਮਾਨ ਮੇਰੇ ਸਿਰ ਤੇ ਖੜਾ ਹੈ। ਇਸ ਭੁਲੇਖੇ ਵਿੱਚ ਨਾਲੇ ਮੰਤਰੀ ਨੂੰ ਮਰਵਾਉਂਗੇ ਨਾਲੇ ਆਮ ਮਰ। ਇਹ ਗੱਲਾਂ ਮਹਿੰਗੀਆਂ ਪੈਣਗੀਆਂ। ਹਮੇਸ਼ਾ ਅਥਾਰਟੀ ਉਹ ਯੂਜ਼ ਕਰਨੀ ਚਾਹੀਦੀ ਹੈ ਜਿਹੜੀ ਅਥਾਰਟੀ ਕਾਨੂੰਨ ਦੇਵੇ ਤੁਹਾਨੂੰ। ਆਖਰ ਵਿੱਚ ਮੈਂ ਇੱਕੋ ਗੱਲ ਕਹਿ ਕੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਤੇ ਕਾਰਪੋਰੇਸ਼ਨ ਅਥਾਰਟੀ ਨੂੰ ਇਹ ਜ਼ਰੂਰ ਇੱਕ ਵਾਰੀ ਸਲਾਹ ਦੇਵਾਂਗਾ ਬਿਨਾਂ ਮੰਗੀ ਕਿ ਕਵਰ ਵਿੱਚ ਪੈਣ ਲਈ ਇਹ ਨਾ ਮਮਤਾ ਨੇ ਆਉਣਾ ਨਾ ਕਿਸੇ ਨੇ ਹੋਰ ਨਾ, ਉਹਨਾਂ ਨੇ ਕਹਿਣਾ ਅਸੀਂ ਤਾਂ ਕਿਹਾ ਕੁਛ ਨਹੀਂ ਸੀਗਾ। ਅਖਬਾਰਾਂ ਦੇ ਐਵੀਡੈਂਸ ਨੂੰ ਕੋਰਟ ਐਵੀਡੈਂਸ ਨਹੀਂ ਮੰਨਦੀ, ਕਿਸੇ ਨੇ ਮੰਨਣਾ ਨਹੀਂ। ਕਿ ਭੁਗਤਣੀਆਂ ਤੁਹਾਨੂੰ ਪੈਣੀਆਂ ਨੇ ਜਿਹੜੇ ਇਹ ਮਮਤਾ ਜੀ ਟੈਲੀਫੋਨ ਕਰ ਕਰਕੇ ਤੁਹਾਨੂੰ ਹਦਾਇਤਾਂ ਦੇ ਕੇ
ਆਰਮ ਲਾਇਸੈਂਸ ਜਾਰੀ ਕਰਾ ਰਹੇ ਨੇ, ਆ ਦੂਜੇ ਤੀਜੇ ਕਰਾ ਰਹੇ ਨੇ, ਸਾਰੀਆਂ ਭੁਗਤੀਆਂ ਪੈਣਗੀਆਂ। ਸੋ ਐਡਮਿਨਿਸਟ੍ਰੇਸ਼ਨ ਨੂੰ ਮੈਂ ਇੱਕੋ ਹੀ ਰਿਕੁਐਸਟ ਕਰੂੰਗਾ, ਬੀ ਕੇਅਰਫੁਲ, ਓਨਲੀ ਡੂ ਦੀ ਰਾਈਟ ਥਿੰਗ, serve the people, don't do injustice to the people at the asking of Mamta and her husband. बस आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।